ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ। ਤੁਮ ਸਮਰੱਥਾ ਕਾਰਨ ਕਰਨ। ਹੇ ਪ੍ਰਭੂ, ਤੂੰ ਸਮਰੱਥਾ ਭਾਵ ਸਰਬ ਸ਼ਕਤੀਵਾਨ ਅਤੇ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ। ਵਹ ਸੰਸਾਰ ਰੂਪੀ ਕਾਰਨ ਨੂੰ ਰਚਣ ਵਾਲਾ ਹੈ। ਢਾਕਨ ਢਾਕ ਗੋਬਿੰਦ ਗੁਰ ਮੇਰੇ, ਮੋਹਿ ਅਪਰਾਧੀ ਸਰਨ ਚਰਨ ਰਹਾਉ। ਹੇ ਗੋਬਿੰਦ ਪਰਮਾਤਮਾ ਸਰੂਪ ਮੇਰੇ ਗੁਰੂ ਜੀ, ਵਾਹ ਹੇ ਗੋਬਿੰਦ ਅਤੇ ਹੇ ਗੁਰੂ ਜੀ, ਤੁਸੀਂ ਮੇਰੇ ਢਾਕਨ ਪਰਦੇ ਨੂੰ ਢੱਕਣ ਵਾਲੇ ਹੋ। ਵਾਹ ਮੇਰੇ ਗੁਨਾਹਾਂ ਉੱਪਰ ਪਰਦਾ ਦੇ ਕੇ ਢੱਕ ਲਵੋ। ਮੋਹਿ ਭਾਵ ਮੈਂ ਅਪਰਾਧੀ ਗੁਨਾਹੀ ਤੁਹਾਡੇ ਚਰਨਾਂ ਦੀ ਸਰਨੋਟ ਵਿੱਚ ਆਇਆ ਹਾਂ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ, ਜੋ ਜੋ ਕੀਨੋ ਸੋ ਤੁਮ ਜਾਣਿਓ, ਪੇਖਿਓ ਠਾਕੁਰ ਨਾਹੀ ਕਛ ਢੀਠ ਮੁਕਰਨ। ਹੇ ਪ੍ਰਭੂ, ਅਸੀਂ ਜੋ ਜਿਹੜਾ ਵੀ ਪ੍ਰਤੱਖ ਜਾਂ ਲੁਕ ਕੇ ਕਰਮ ਕੀਤਾ ਹੈ, ਉਹ ਸਭ ਕੁਝ ਤੁਸੀਂ ਜਾਣਨਾ ਕੀਤਾ ਹੈ। ਅਜਿਹਾ ਕੁਝ ਗੁਪਤ ਕੰਮ ਜਾਂ ਕੋਈ ਠੌਰ ਥਾਂ ਨਹੀਂ ਹੈ ਜੋ ਤੁਸੀਂ ਨਾ ਵੇਖਿਆ ਹੋਵੇ, ਪਰੰਤੂ ਜੀਵ ਢੀਠਤਾਈ ਕਰਕੇ ਸਭ ਮੁਕਰਨ ਭਾਵ ਮੁਕਰੀ ਜਾਂਦੇ। ਬੜ ਪ੍ਰਤਾਪ ਸੁਨਿਓ ਪ੍ਰਭ ਤੁਮਰੋ, ਕੋਟ ਅਗਾ ਤੇਰੋ ਨਾਮ ਹਰਨ। ਹੇ ਪ੍ਰਭੂ, ਅਸੀਂ ਵੇਦਾਂ ਸ਼ਾਸਤਰਾਂ ਸੰਤਾਂ ਮਹਾਤਮਾ ਦੁਆਰਾ ਤੁਹਾਡਾ ਬੜ ਬਹੁਤ ਵੱਡਾ ਪ੍ਰਤਾਪ ਤੇਜ ਪ੍ਰਭਾਵ ਸੁਣਿਆ ਕਿ ਤੁਹਾਡਾ ਨਾਮ ਜੀਵਾਂ ਦੇ ਕਰੋੜਾਂ ਪਾਪਾਂ ਨੂੰ ਹਰਨ ਨਾਸ਼ ਕਰਨ ਵਾਲਾ ਹੈ। ਹਮਰੋ ਸੁਹਾਉ ਹਮਰੋ ਸਹਾਉ ਸਦਾ ਸਦ ਭੂਲਨ, ਤੁਮਰੋ ਬਿਰਦ ਪਤਤ ਉਧਰਨ। ਹੇ ਪ੍ਰਭੂ, ਸਾਡਾ ਸਹਾਉ ਸੁਭਾਅ ਹਮੇਸ਼ਾ ਹਮੇਸ਼ਾ ਹੀ ਭੁੱਲਣ ਵਾਲਾ ਭਾਵ ਤੇਰੇ ਕੀਤੇ ਉਪਕਾਰਾਂ ਨੂੰ ਅਸੀਂ ਭੁੱਲ ਜਾਂਦੇ ਹਾਂ, ਪਰ ਤੁਮਰੋ ਤੁਹਾਡਾ ਬਿਰਦ ਧਰਮ ਪ੍ਰਾਣ ਸਾਡੇ ਵਰਗੇ ਪਾਪੀਆਂ ਦਾ ਉਧਾਰ ਕਰਦਾ ਹੈ। ਕਰਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਹੇ ਪ੍ਰਭੂ, ਤੂੰ ਪਿੱਛੇ ਕਿਰਪਾਲੂ ਸਰੂਪ ਸੀ, ਹੁਣ ਵੀ ਕਿਰਪਾਲ ਮਿਹਰ ਦਾ ਘਰ ਹੈ ਅਤੇ ਅਗਾਂਹ ਨੂੰ ਵੀ ਕਿਰਪਾ ਮਿਹਰ ਦਾ ਨਿੱਧ ਖਜ਼ਾਨਾ ਸਮੁੰਦਰ ਰਹੇਗਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਹਰੀ, ਤੂੰ ਸਾਨੂੰ ਆਪਣਾ ਦਰਸ਼ਨ ਦੀਦਾਰ ਦੇ ਕੇ ਜੀਵਨ ਮੁਕਤੀ ਦੀ ਪਦਵੀ ਦੇਣਾ ਕਰ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰਨ ਦਾ ਸਾਨੂੰ ਜੀਵਾਂ ਨੂੰ ਢੰਗ ਤਰੀਕਾ ਦੱਸ ਰਹੇ ਆ। ਐਸੀ ਕਿਰਪਾ ਮੋਹਿ ਕਰੋ। ਹੇ ਪ੍ਰਭੂ, ਤੁਸੀਂ ਮੇਰੇ ਉੱਪਰ ਅਜਿਹੀ ਕਿਰਪਾ ਮਿਹਰ ਦ੍ਰਿਸ਼ਟੀ ਕਰੋ। ਸੰਤਹਿ ਚਰਨ ਹਮਾਰੂ ਮਾਥਾ, ਨੈਣ ਦਰਸ ਤਨ ਧੂਰ ਪਰੋ ਰਹਾਉ। ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਚਰਨਾਂ ਉੱਪਰ ਮੇਰਾ ਮਾਥਾ ਮਸਤਕ ਲੱਗੇ। ਨੇਤਰਾਂ ਨਾਲ ਸੰਤ ਜਨਾਂ ਦੇ ਦਰਸ਼ਨ ਦੀਦਾਰ ਕਰ ਅਤੇ ਮੇਰੇ ਤਨ ਸਰੀਰ ਉੱਪਰ ਸੰਤ ਜਨਾਂ ਦੀ ਚਰਨ ਧੂੜੀ ਪੈਣਾ ਕਰੇ ਰਹਾਉ। ਗੁਰ ਕੋ ਸ਼ਬਦ ਮੇਰੈ ਹੀਅਰੈ ਬਾਸੈ, ਹਰ ਨਾਮਾ ਮਨ ਸੰਗ ਧਰੋ। ਹੇ ਪ੍ਰਭੂ, ਸਤਿਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਮੇਰੇ ਹੀਅਰੈ ਹਿਰਦੇ ਵਿੱਚ ਵਸ ਜਾਵੇ ਅਤੇ ਹੇ ਹਰੀ, ਆਪਣਾ ਨਾਮ ਮੇਰੇ ਮਨ ਦੇ ਸੰਗ ਨਾਲ ਧਾਰਨ ਕਰੋ, ਭਾਵ ਮੇਰੇ ਮਨ ਵਿੱਚ ਆਪਣਾ ਨਾਮ ਟਿਕਾਉਣਾ ਕਰੋ। ਤਸਕਰ ਪੰਚ ਨਿਵਾਰੋ ਠਾਕੁਰ, ਸਗਲੋ ਭਰਮਾ ਮੋਹ ਹੋਮ ਜਰੋ। ਹੇ ਠਾਕੁਰ ਮਾਲਕ ਪ੍ਰਭੂ, ਮੇਰੇ ਕੋਲੋਂ ਪੰਜ ਕਾਮ ਕ੍ਰੋਧ ਰੂਪੀ ਤਸਕਰ ਚੋਰ ਨਿਵਿਰਤ ਕਰੋ ਅਤੇ ਸਾਰਾ ਭਰਮ ਬ੍ਰਹਮ ਅਭਿਆਸ ਰੂਪੀ ਹੋਮ ਕਹੀਏ ਹਵਨ ਦੀ ਅੱਗ ਵਿੱਚ ਸਾੜ ਦੇਵੋ। ਜੋ ਤੁਮ ਕਰੋ ਸੋਈ ਭਲ ਮਾਨੈ, ਭਾਵਨ ਦੁਬਿਧਾ ਦੂਰ ਟਰੋ। ਹੇ ਪ੍ਰਭੂ, ਐਸੀ ਕਿਰਪਾ ਕਰੋ ਕਿ ਜਿਹੜਾ ਕੁਝ ਵੀ ਤੁਸੀਂ ਕਰੋ ਸੋਈ ਉਹ ਹੀ ਮੈਂ ਭਲ ਚੰਗਾ ਕਰਕੇ ਮੰਨਣਾ ਕਰਾਂ
ਅਤੇ ਭਾਵਨ ਦੁਬਦਾ ਦ્વੈਤ ਭਾਵਨਾ ਮੇਰੇ ਤੋਂ ਦੂਰ ਕਰਕੇ ਟਰੋ ਟਾਲ ਦੇਵੋ, ਭਾਵ ਦੂਰੋਂ ਹੀ ਨਿਵਰਤ ਕਰ ਦੇਵੋ। ਨਾਨਕ ਕੇ ਪ੍ਰਭ ਤੁਮ ਹੀ ਦਾਤੇ, ਸੰਤ ਸੰਗ ਲੈ ਮੋਹਿ ਉਧਰੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪ੍ਰਭੂ ਜੀ, ਸਾਡੇ ਜਨਾਂ ਦੇ ਤੁਸੀਂ ਹੀ ਦਾਤੇ ਹੋ। ਆਪਣੀ ਸਤਸੰਗ ਸੰਤ ਜਨਾਂ ਦੀ ਸੰਗਤ ਵਿੱਚ ਲੈ ਹੁੰਦਾ ਲੈ ਕਰਕੇ, ਭਾਵ ਉਹਨਾਂ ਦੀ ਸੰਗਤ ਵਿੱਚ ਮੇਲ ਕੇ ਮੈਨੂੰ ਵੀ ਸੰਸਾਰ ਸਮੁੰਦਰ ਤੋਂ ਤਾਰਨਾ ਕਰੋ। ਬਿਲਾਵਲ ਮਹੱਲਾ ਪੰਜਵਾ। ਐਸੀ ਦੀਖਿਆ ਜਨ ਸਿਉ ਮੰਗਾ। ਹੇ ਪ੍ਰਭੂ, ਮੈਂ ਤੇਰੇ ਸੇਵਕ ਜਨਾਂ ਕੋਲੋਂ, ਭਾਵ ਉਹਨਾਂ ਦੇ ਪਾਸੋਂ ਅਜਿਹੀ ਦੀਖਿਆ ਸਿੱਖਿਆ ਮੰਗਦਾ ਹਾਂ ਜੋ ਮੰਗਦੇ ਹਾਂ ਉਹ ਕਹਿੰਦੇ ਹਾਂ, ਤੁਮਰੋ ਧਿਆਨ ਤੁਮਾਰੋ ਰੰਗਾ, ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ। ਹੇ ਪ੍ਰਭੂ, ਮੇਰੇ ਅੰਦਰ ਤੇਰਾ ਹੀ ਧਿਆਨ ਲੱਗਾ ਰਹੇ ਅਤੇ ਤੁਮਾਰੋ ਤੇਰੇ ਹੀ ਰੰਗਾ ਪ੍ਰੇਮ ਵਿੱਚ ਭਿੱਜਿਆ ਰਹਾ, ਵਾ ਤੇਰਾ ਨਾਮ ਰੰਗ ਚੜਿਆ ਰਹੇ। ਹੇ ਪ੍ਰਭੂ, ਮੈਂ ਤੁਮਰੀ ਤੋਂ ਭਾਵ ਤੇਰੀ ਹੀ ਭਗਤੀ ਰੂਪੀ ਸੇਵਾ ਟਹਿਲ ਕਰਾਂ ਅਤੇ ਤੁਮਾਰੇ ਤੇਰੇ ਅੰਗਾ ਪੱਖ ਭਾਵ ਤੇਰੀ ਸ਼ਰਨ ਵਿੱਚ ਰਹਾਂ, ਵਾ ਤੇਰੇ ਅੰਗਾ ਸਰੂਪ ਨੂੰ ਦੇਖਦਾ ਰਹਾਂ ਰਹਾਉ। ਜਨ ਕੀ ਟਹਿਲ ਸੰਭਾਖਨ ਜਨ ਸਿਓ, ਊਠਨ ਬੈਠਨ ਜਨ ਕੈ ਸੰਗਾ। ਹੇ ਪ੍ਰਭੂ, ਫਿਰ ਤੇਰੇ ਸੰਤ ਜਨਾਂ ਦੀ ਟਹਿਲ ਸੇਵਾ ਕਰਾਂ ਅਤੇ ਸੰਤ ਜਨਾਂ ਦੇ ਨਾਲ ਸੰਭਾਖਨ ਸ੍ਰੇਸ਼ਟ ਬੋਲ ਚਾਲ ਕਰਾਂ ਅਤੇ ਤੇਰੇ ਸੰਤ ਜਨਾਂ ਦੇ ਸੰਗਾਂ ਨਾਲ ਹੀ ਮੇਰਾ ਉੱਠਣ ਬੈਠਣਾ ਹੋਵੇ। ਵਾ ਉੱਠਣਾ ਭਾਵ ਸੰਸਾਰ ਵੱਲੋਂ ਉਪਰਾਮ ਅਤੇ ਬੈਠਣਾ ਭਾਵ ਨਿਰਵਿਕਲਪ ਸਮਾਧੀ ਵਿੱਚ ਇਸਤਿਤ ਹੋਣਾ ਤੇਰੇ ਸੰਤ ਜਨਾਂ ਦੇ ਨਾਲ ਹੋਵੇ। ਜਨ ਚਾਰ ਰਾਜ ਮੁਖ ਮਾਥੈ ਲਾਗੀ, ਆਸਾ ਪੂਰਨ ਅਨੰਤ ਤਰੰਗਾ। ਹੇ ਪ੍ਰਭੂ, ਤੇਰੇ ਸੰਤ ਜਨਾਂ ਦੇ ਚਰਨਾਂ ਦੀ ਰਾਜਨ ਦਾ ਧੂੜੀ ਜਿਨ੍ਹਾਂ ਦੇ ਮੁਖ ਮੂੰਹ ਅਤੇ ਮਾਥੇ ਮਸਤਕ ਉੱਪਰ ਲੱਗੀ ਹੈ, ਉਹਨਾਂ ਦੀਆਂ ਅਨੰਤੁੰਦਾ ਬੇਅੰਤ ਤਰੰਗਾਂ ਲਹਿਰਾਂ ਸੰਕਲਪਾਂ ਦੀਆਂ ਇਛਾਵਾਂ ਪੂਰੀਆਂ ਹੋ ਗਈਆਂ, ਵਾ ਅਨੰਤ ਵਿਕਾਰਾਂ ਦੀਆਂ ਲਹਿਰਾਂ ਵਾਲੇ ਸੰਸਾਰ ਦੀਆਂ ਆਸ਼ਾਵਾਂ ਪੂਰੀਆਂ ਕਰ ਦਿੱਤੀਆਂ ਹਨ। ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ। ਹੇ ਪਾਰ ਬ੍ਰਹਮ ਪ੍ਰਭੂ, ਤੇਰੇ ਜਨ ਸੇਵਕ ਸੰਤ ਜਨ ਐਸੇ ਹਨ ਜਿਨ੍ਹਾਂ ਦੀ ਸਾਰੇ ਸੰਸਾਰ ਵਿੱਚ ਨਿਰਮਲ ਉਜਲ ਮਹਿਮਾ ਸ਼ੋਭਾ ਹੈ। ਉਹਨਾਂ ਸੰਤ ਜਨਾਂ ਦੇ ਚਰਨਾਂ ਵਿੱਚ ਹੀ ਗੰਗਾ ਵਰਗੇ ਕੋਟ ਕਰੋੜਾਂ ਤੀਰਥ ਹਨ, ਵਾ ਉਹਨਾਂ ਦੇ ਚਰਨ ਪੈਣ ਕਰਕੇ ਗੰਗਾ ਆਦਿ ਕਰੋੜਾਂ ਤੀਰਥ ਪਵਿੱਤਰ ਹੋ ਜਾਂਦੇ ਹਨ, ਵਾ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਸੇਵਾ ਕਰਕੇ ਗੰਗਾ ਆਦਿਕ ਤੀਰਥਾਂ ਦੇ ਕਰੋੜਾਂ ਫਲ ਪ੍ਰਾਪਤ ਹੋ ਜਾਂਦੇ ਹਨ। ਜਨ ਕੀ ਧੂਰ ਕੀਓ ਮੱਜਨ ਨਾਨਕ, ਜਨਮ ਜਨਮ ਕੇ ਹਰੇ ਕਲੰਗਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪ੍ਰਭੂ ਵਾਹਿਗੁਰੂ ਜੀਓ, ਤੇਰੇ ਸੰਤ ਜਨਾਂ ਦੀ ਚਰਨ ਧੂੜੀ ਵਿੱਚ ਜਿਨ੍ਹਾਂ ਨੇ ਆਪਣੇ ਮਨ ਦਾ ਮੱਜਨ ਇਸ਼ਨਾਨ ਕੀਤਾ, ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਕਲੰਗਾ ਪਾਪ ਕਲੰਗਾ ਕਲੰਕ ਹਰੇ ਨਾਸ਼ ਹੋ ਗਏ। ਬਿਲਾਵਲ ਮਹੱਲਾ ਪੰਜਵਾ। ਜਿਉ ਭਾਵੈ ਤਿਉ ਮੋਹਿ ਪ੍ਰਤਪਾਲ। ਹੇ ਪ੍ਰਭੂ, ਜਿਸ ਪ੍ਰਕਾਰ ਤੈਨੂੰ ਪਾਉਂਦਾ ਹੈ ਉਸ ਪ੍ਰਕਾਰ ਮੈਨੂੰ ਪ੍ਰਤਪਾਲ ਪਾਲਣਾ ਕਰ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਹਮ ਬਾਰਿਕ ਤੁਮ ਪਿਤਾ ਕਿਰਪਾਲ ਰਹਾਉ। ਹੇ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪਰਮੇਸ਼ਰ ਪ੍ਰਭੂ ਦੇ ਸਰੂਪ ਸਤਿਗੁਰੂ ਜੀ, ਅਸੀਂ ਤੁਹਾਡੇ ਬਾਰਿਕ ਬੱਚੇ ਹਾਂ ਅਤੇ ਤੁਸੀਂ ਪਿਤਾ ਬਾਪ ਦੀ ਨਿਆਈ ਸਾਡੇ ਉੱਪਰ ਕਿਰਪਾਲ ਮਿਹਰਬਾਨ ਹੋਣਾ ਕਰੋ ਰਹਾਉ। ਮੋਹ ਨਿਰਗੁਣ ਗੁਣ ਨਾਹੀ ਕੋਈ, ਪਹੁੰਚ ਨ ਸਾਕੋ ਤੁਮਰੀ ਘਾਲ। ਹੇ ਪ੍ਰਭੂ, ਮੇਰੇ ਨਿਰਗੁਣ ਗੁਣਹੀਨ ਵਿੱਚ ਕੋਈ ਵੀ ਗੁਣ ਨਹੀਂ। ਮੈਂ ਤੇਰੀ ਘਾਲ ਸੇਵਾ ਦੇ ਬਰਾਬਰ ਨਹੀਂ ਪਹੁੰਚ ਸਕਦਾ, ਭਾਵ ਮੈਂ ਆਪਣੇ ਆਪ ਤੇਰੀ ਸੇਵਾ ਨਹੀਂ ਕਰ ਸਕਦਾ। ਤੁਮਰੀ ਗਤ ਮਿਤ ਤੁਮ ਹੀ ਜਾਨੋ, ਜੀਉ ਪਿੰਡ ਸਭ ਤੁਮਰੋ ਮਾਲ। ਹੇ ਪ੍ਰਭੂ, ਤੇਰੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਨੂੰ ਤੂੰ ਆਪ ਹੀ ਜਾਣਦਾ ਹੈ।
ਮੇਰਾ ਜੀਉ ਜੀਵ ਆਤਮਾ, ਪਿੰਡ ਸਰੀਰ ਅਤੇ ਮਾਲ ਪਦਾਰਥ ਆਦ ਇਹ ਸਾਰਾ ਕੁਝ ਤੇਰਾ ਹੀ ਦਿੱਤਾ ਹੋਇਆ। ਅੰਤਰ ਜਾਮੀ ਪੁਰਖ ਸੁਆਮੀ, ਅਨਬੋਲਤ ਹੀ ਜਾਨੋ ਹਾਲ। हे ਅੰਤਰ ਜਾਮੀ, ਅੰਦਰ ਦੀ ਜਾਣਨ ਵਾਲੇ ਪੂਰਨ ਸੁਆਮੀ ਮਾਲਕ ਪ੍ਰਭੂ, ਤੂੰ ਅਨਬੋਲਤ ਹੁੰਦਾ, ਬੋਲਣ ਤੋਂ ਬਿਨਾਂ ਹੀ ਸਾਰੇ ਜੀਵਾਂ ਦਾ ਹਾਲ ਜਾਣਦਾ ਹੈ। ਕਿਉਂਕਿ ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤਨ ਮਨ ਸੀਤਲ ਹੋਏ ਹਮਾਰੋ, ਨਾਨਕ ਪ੍ਰਭ ਜੀਓ ਨਦਰ ਨਿਹਾਲ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭ ਜੀਓ, हे ਵਾਹਿਗੁਰੂ ਜੀ, ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਸਾਡੇ ਵੱਲ ਨਿਹਾਲ ਦੇਖਣਾ ਕਰੋ, ਜਿਸ ਕਰਕੇ ਸਾਡਾ ਤਨ ਤੇ ਮਨ ਸੀਤਲਤਾ ਦੇ ਸਹਿਤ ਹੋ ਜਾਵੇ। ਬਿਲਾਵਲ ਮਹੱਲਾ ਪੰਜਵਾ। ਰਾਖ ਸਦਾ ਪ੍ਰਭ ਆਪਣੇ ਸਾਥ। हे ਪ੍ਰਭ ਪਰਮਾਤਮਾ, ਸਾਨੂੰ ਹਮੇਸ਼ਾ ਆਪਦੇ ਸਾਥ ਨਾਲ ਭਾਵ ਆਪਣੇ ਸਰੂਪ ਵਿੱਚ ਅਭੇਦ ਕਰਕੇ ਰੱਖਣਾ ਕਰ। ਸੋ ਇਸ ਤੁਕ ਦੇ ਉੱਪਰ ਇੱਕ ਘਟਨਾ ਦਾ ਪ੍ਰਮਾਣ ਦਿੱਤਾ ਜਾ ਸਕਦਾ। ਉਹ ਇਹ ਘਟਨਾ ਕਿ ਜਿਸ ਸਮੇਂ ਅੰਮ੍ਰਿਤਸਰ ਸਾਹਿਬ ਉੱਪਰ ਮੁਗਲ ਸਿੱਖਾਂ ਚੜ੍ਹ ਕੇ ਆਇਆ ਸੀ ਤਾਂ ਛੇਵੇਂ ਸਤਿਗੁਰਾਂ ਅਤੇ ਸਿੱਖਾਂ ਨੇ ਬਹੁਤ ਬਹਾਦਰੀ ਨਾਲ ਉਸ ਉੱਪਰ ਜਿੱਤ ਪ੍ਰਾਪਤ ਕੀਤੀ। ਉਸ ਸਮੇਂ 25 ਸਿੱਖ ਸ਼ਹੀਦ ਹੋ ਗਏ, ਜਿਹੜੇ ਅਜੇ ਕੁਝ ਸਹਿਕ ਰਹੇ ਸਨ। ਸਤਿਗੁਰਾਂ ਨੇ ਉਹਨਾਂ ਦੇ ਮੁੱਖ ਆਪਣੇ ਰੁਮਾਲ ਨਾਲ ਸਾਫ਼ ਕੀਤੇ। ਗੁਰੂ ਜੀ ਨੇ ਕਿਹਾ ਕਿ ਹੇ ਸਿੱਖੋ, ਤੁਹਾਡੀ ਜੋ ਇੱਛਾ ਹੈ ਉਹ ਵਰ ਮੰਗੋ। ਅੱਗੋਂ ਉਹਨਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਤੁਸੀਂ ਜਦੋਂ ਜਦੋਂ ਵੀ ਸੰਸਾਰ ਦੀ ਕਲਿਆਣ ਲਈ ਆਵੋ, ਸਾਨੂੰ ਉਦੋਂ ਆਪਣੇ ਨਾਲ ਹੀ ਲੈ ਕੇ ਆਇਆ ਕਰੋ, ਅਤੇ ਜਦੋਂ ਤੁਸੀਂ ਸੱਚਖੰਡ ਨੂੰ ਵਾਪਸ ਜਾਵੋ ਤਾਂ ਸਾਨੂੰ ਨਾਲ ਲੈ ਕੇ ਜਾਣਾ। ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਬਚਨ ਕੀਤਾ ਕਿ ਹੁਣ ਅਸੀਂ 10ਵੇਂ ਸਰੂਪ ਵਿੱਚ ਜ਼ੁਲਮ ਦਾ ਨਾਸ਼ ਕਰਨ ਲਈ ਕਿਰਪਾਨ ਉਠਾਵਾਂਗੇ, ਤਦੋਂ ਤੁਸੀਂ ਹੀ ਮੇਰੇ ਨਾਲ ਹੋਵੋਗੇ। ਸੋ ਬਾਅਦ ਵਿੱਚ ਭਾਈ ਬਚਿੱਤਰ ਸਿੰਘ, ਭਾਈ ਆਲਮ ਸਿੰਘ, ਭਾਈ ਅਜੈਬ ਸਿੰਘ ਇਤਿਆਦਿਕ ਬਣ ਕੇ ਆਏ, ਜਿਹੜੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ। ਸੋ ਉਹਨਾਂ ਗੁਰਸਿੱਖਾਂ ਨੇ ਸਤਿਗੁਰਾਂ ਤੋਂ ਸਦਾ ਨਾਲ ਰਹਿਣ ਦਾ ਵਰ ਮੰਗਣਾ ਕੀਤਾ ਸੀ। ਤੂੰ ਹਮਰੋ ਪ੍ਰੀਤਮ ਮਨ ਮੋਹਨ, ਤੁਝ ਬਿਨ ਜੀਵਨ ਸਗਲ ਅਕਾਥ ਰਹਾਉ। हे ਮਨਾਂ ਨੂੰ ਮੋਹ ਲੈਣ ਵਾਲੇ ਪ੍ਰਭੂ, ਤੂੰ ਹਮਰੋ ਸਾਡਾ ਪ੍ਰੀਤਮ ਪਿਆਰਾ ਹੈ। ਤੇਰੇ ਤੋਂ ਬਗੈਰ ਸਾਡਾ ਸਾਰਾ ਜੀਵਨ ਅਕਾਥ ਵਿਅਰਥ ਹੀ ਹੈ ਰਹਾਉ। ਰੰਕ ਤੇ ਰਾਉ ਕਰਤ ਖਿਨ ਭੀਤਰ, ਪ੍ਰਭ ਮੇਰੋ ਅਨਾਥ ਕੋ ਨਾਥ। हे ਮੇਰੇ ਪ੍ਰਭੂ, ਤੂੰ ਅਨਾਥ ਯਤੀਮਾਂ ਦਾ ਨਾਥ ਮਾਲਕ ਹੈ। ਇੱਕ ਖਿਨ ਮਾਤਰ ਸਭੇ ਭੀਤਰ ਵਿੱਚ ਹੀ ਰੰਕ ਕੰਗਾਲਾਂ ਤੋਂ ਰਾਉ ਰਾਜੇ ਕਰ ਦੇਂਦਾ। ਜਲਤ ਅਗਨ ਮਹਿ ਜਨ ਆਪ ਉਧਾਰੇ, ਕਰ ਆਪਣੇ ਦੇ ਰਾਖੇ ਹਾਥ। हे ਪ੍ਰਭੂ, ਤ੍ਰਿਸ਼ਨਾ ਕਾਲ ਆਦਿ ਦੀ ਅੱਗ ਵਿੱਚ ਸੜਦੇ ਹੋਏ ਆਪਣੇ ਜਨ ਸੇਵਕ ਤੂੰ ਆਪ ਹੀ ਉਧਾਰੇ ਬਚਾਉਣਾ ਕੀਤੇ। ਉਹਨਾਂ ਨੂੰ ਆਪਣੇ ਦਾਸ ਬਣਾ ਕਰਕੇ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਰੱਖਣਾ ਕਰਦਾ ਹੈ। ਸੀਤਲ ਸੁਖ ਪਾਇਓ ਮਨ ਤ੍ਰਿਪਤੇ, ਹਰ ਸਿਮਰਤ ਸ਼ਰਮ ਸਗਲੇ ਲਾਥ। हे ਪ੍ਰਭੂ, ਜਨਾਂ ਨੇ ਸੀਤਲ ਸ਼ਾਂਤੀ ਅਤੇ ਸੁੱਖ ਨੂੰ ਪਾਉਣਾ ਕੀਤਾ ਹੈ, ਵਾ ਸ਼ਾਂਤੀ ਦੇਣ ਵਾਲਾ ਆਤਮਿਕ ਸੁੱਖ ਪ੍ਰਾਪਤ ਕੀਤਾ ਹੈ, ਜਿਸ ਕਰਕੇ ਆਤਮਾ ਆਨੰਦ ਨਾਲ ਮਨ ਵਿੱਚ ਤ੍ਰਿਪਤੇ ਰੱਜ ਗਏ ਹਾਂ। हे ਹਰੀ, ਤੇਰਾ ਨਾਮ ਸਿਮਰਦਿਆਂ ਸਾਰੇ ਸ਼ਰਮ ਹੁੰਦਾ ਥਕੇਵੇਂ ਲੈ ਗਏ। ਨਿਧ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਨਪ ਸਗਲ ਅਕਾਥ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਹਰੀ ਪ੍ਰਭੂ, ਤੇਰੀ ਭਗਤੀ ਰੂਪੀ ਸੇਵਾ ਟਹਿਲ ਵਿੱਚ 9 ਨਿਧੀਆਂ ਦਾ ਨਿਧਾਨ ਖਜ਼ਾਨਾ ਹੈ। ਤੇਰੀ ਭਗਤੀ ਤੋਂ ਬਗੈਰ ਹੋਰ ਸਾਰੀਆਂ ਸਿਆਣਪਾਂ ਚਤੁਰਾਈਆਂ ਅਕਾਥ ਕਹੀਏ ਵਿਅਰਥ ਹੀ ਹਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।